ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੰਗਾਣੀ ਦਾ ਜੁੱਧ ਭੀਮ ਰਾਏ ਤੇ ਹੋਰ ਪਹਾੜੀ ਰਾਜੇ ਮੁਗਲਾਂ ਦੇ ਜੀ ਹਜ਼ੂਰੀਏ ਤੇ ਉਹਨਾਂ ਦੇ ਇਸ਼ਾਰਿਆਂ 'ਤੇ ਹੀ ਸਭ ਕੁਝ ਕਰ ਰਹੇ ਸਨ। ਬਾਦਸ਼ਾਹ ਇਹਨਾਂ ਨੂੰ ਗੁਰੂ ਜੀ ਨਾਲ ਲੜਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦਾ ਸੀ। ਉਹ ਤਾਂ ਗੁਰੂ ਜੀ ਤੇ ਪਹਾੜੀਆਂ ਦੋਹਾਂ ਦੀ ਤਾਕਤ ਨਸ਼ਟ ਕਰਨਾ ਚਾਹੁੰਦਾ ਸੀ, ਪਰ ਗੁਰੂ ਜੀ ਦਾ ਆਪਣਾ ਪ੍ਰੋਗਰਾਮ ਸੀ। ਉਹ ਤਾਂ ਆਪਣੇ ਸਿੱਖਾਂ ਵਿੱਚ ਬਹਾਦਰ ਤੇ ਅਣਖ ਆਨ ਨੂੰ ਸੁਰਜੀਤ ਕਰਨਾ ਚਾਹੁੰਦੇ ਸਨ। ਉਹ ਤਾਂ ਹਰ ਸਿੱਖ ਨੂੰ ਸਿੱਖਿਆ ਹੀ ਦਿੰਦੇ ਸਨ ਕਿ ਬੇਇੱਜ਼ਤੀ ਤੇ ਬੇਅਣਖੀ ਜ਼ਿੰਦਗੀ ਨਾਲੋਂ ਮੌਤ ਹਜ਼ਾਰਾਂ ਗੁਣਾ ਚੰਗੀ ਹੈ। ਉਹ ਇਸੇ ਲਈ ਹੀ ਪੁਰਾਤਨ ਸੂਰਮੇ ਤੇ ਬਹਾਦਰਾਂ ਦੀਆਂ ਜੀਵਨੀਆਂ ਦੇ ਉਲਥੇ ਕਰਵਾ ਕੇ ਆਪਣੇ ਸਿੱਖਾਂ ਨੂੰ ਪੜ੍ਹਾਉਂਦੇ ਤੇ ਸੁਣਾਉਂਦੇ ਸਨ। ਚੰਡੀ ਦੀ ਵਾਰ, ਚੰਡੀ ਚਰਿੱਤਰ ਤੇ ਅਵਤਾਰਾਂ ਦੀਆਂ ਕਥਾਵਾਂ ਦੇ ਉਲਥੇ ਕਰਵਾਏ ਤੇ ਸਿੱਖਿਆ ਦਿੱਤੀ ਕਿ ਬਹਾਦਰਾਨਾ ਕਰਤੱਬਾਂ ਤੋਂ ਬਹਾਦਰੀ ਝੂਠ ਤੇ ਪਾਪਾਂ ਨੂੰ ਖਤਮ ਕਰਨ ਤੇ ਧਰਮ ਦੀ ਰਾਖੀ ਲਈ ਲੜ ਮਰਨਾ ਹੀ ਸੱਚਾ ਜੀਵਨ ਹੈ। ਇਸ ਲਈ ਹੀ ਜੰਗੀ ਖੇਡਾਂ ਤੇ ਜੰਗੀ ਕਰਤੱਬਾਂ ਵਿੱਚ ਅੱਗੇ ਵਧਣ ਵਾਲਿਆਂ ਨੂੰ ਉਹ ਇਨਾਮ ਤੇ ਥਾਪਣਾ ਦਿੰਦੇ ਸਨ। ਇਸ ਲਈ ਹਰ ਸਿੱਖ, ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਜਾਂ ਕੋਈ ਵੀ ਕੰਮ ਕਰਦਾ ਹੋਵੇ, ਗੁਰੂ ਜੀ ਉਹਨਾਂ ਨੂੰ ਜੰਗੀ ਤੇ ਯੋਧਿਆਂ ਦੇ ਰੂਪ ਵਿੱਚ ਦੇਖ ਕੇ ਪ੍ਰਸੰਨ ਹੁੰਦੇ ਸਨ। ਉਹ ਸਭ ਨੂੰ ਕਹਿੰਦੇ ਸਨ, ਇਹ ਸਰੀਰ ਦੇ ਕਿ ਪ੍ਰਭੂ ਨੇ ਤੁਹਾਨੂੰ ਇਸ ਸੰਸਾਰ 'ਤੇ ਜ਼ਿੰਦਗੀ ਦਾ ਸਮਾਂ ਨਿਯਤ ਕਰਕੇ ਭੇਜਿਆ ਹੈ। ਉਸ ਸਮੇਂ ਤੋਂ ਪਹਿਲਾਂ ਮੌਤ ਨਹੀਂ ਆਵੇਗੀ, ਪਰ ਮੌਤ ਆਉਣ ਤੋਂ ਪਹਿਲਾਂ ਹੀ ਡਰ ਕੇ ਸਹਿਮ ਨਾਲ ਮਰਦੇ ਰਹਿਣਾ ਇਹ ਕਾਇਰਾਂ ਤੇ ਬੁਜ਼ਦਲਾਂ ਦਾ ਕੰਮ ਹੈ। ਸਿੱਖ ਬਹਾਦਰਾਨਾ ਮੌਤੇ ਮਰਨ ਤੇ ਧਰਮ ਦੀ ਰਾਖੀ ਲਈ ਲੜਦੇ ਮਰਨ ਤਾਂ ਇਹ ਤਾਂ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਵੇਗੀ ਤੇ ਮੁੜ ਜੰਮਣ ਮਰਨ ਦੇ ਬੰਧਨਾਂ ਤੋਂ ਉਹਨਾਂ ਦੀ ਬੰਦ ਖਲਾਸ ਹੋ ਜਾਵੇਗੀ। ਇੱਕ ਵੇਰਾ ਤਾਂ ਇਸ ਸੰਸਾਰ 'ਤੇ ਜੋ ਆਇਆ ਹੈ ਉਸ ਨੇ ਜ਼ਰੂਰ ਮਰਨਾ ਹੈ। ਫਿਰ ਸਿੱਖ ਲਈ ਜ਼ਰੂਰੀ ਹੈ ਕਿ ਉਹ ਝੂਠੀ ਮੌਤੇ ਨਾ ਮਰੇ, ਸੱਚੀ ਮੌਤੇ ਮਰੇ। ਗੁਰੂ ਜੀ ਦੇ ਇਸ ਉਪਦੇਸ਼ ਦਾ ਅਸਰ ਗੰਭੀਰ ਤੌਰ 'ਤੇ ਉਸ ਵੇਲੇ ਹੋਰ ਵਧੇਰੇ ਹੁੰਦਾ ਸੀ ਜਦ ਉਹ ਸਿੱਖਾਂ ਸੂਰਮਿਆਂ ਸਮੇਤ ਸ਼ਿਕਾਰ 'ਤੇ ਜਾਂਦੇ ਸਨ। ਗੁਰੂ ਜੀ ਉਸ ਪਾਸੇ ਉਚੇਚਾ ਜਾਂਦੇ ਜਿੱਧਰ ਲੋਕੀ ਕਹਿੰਦੇ ਕਿ ਨਾ ਜਾਓ, ਖਤਰਾ ਹੈ। ਜਦ ਨਾਹਨਪਤੀ ਰਾਜਾ ਮੇਦਨ ਪ੍ਰਕਾਸ਼ ਤੇ ਫਤਿਹ ਸ਼ਾਹ ਸ਼੍ਰੀ ਨਗਰੀਏ ਦੀ ਗੁਰੂ ਜੀ ਨੇ ਸੁਲਾਹ ਕਰਵਾਈ ਸੀ ਤੇ ਉਹ ਕਈ ਦਿਨ ਗੁਰੂ ਜੀ ਦੀ ਬਹਾਦਰੀ ਤੇ ਦਲੇਰੀ ਦੇ ਸਾਖਿਆਤ ਦਰਸ਼ਨ ਕਰਨ ਲਈ ਉਹਨਾਂ ਦੇ ਨਾਲ ਘਣੇ ਜੰਗਲਾਂ ਵਿੱਚ ਜਾਂਦੇ ਰਹੇ, ਜਿੱਥੇ ਗੁਰੂ ਜੀ ਆਪਣੀ ਹੱਥੀਂ 2-2 ਤੇ 4-4 ਸ਼ੇਰਾਂ ਦਾ ਸ਼ਿਕਾਰ ਕਰਦੇ ਸਨ, ਜਿਨ੍ਹਾਂ ਨੇ ਰਾਹ ਲੰਘਦੇ ਸੈਂਕੜੇ ਆਦਮੀ ਮਾਰ ਮੁਕਾਏ ਤੇ ਉੱਧਰੋਂ ਡਰਦੇ ਲੋਕਾਂ ਦਾ ਰਸਤਾ ਬੰਦ ਹੋਇਆ ਸੀ। 1 ਮੀਲ ਦੀ ਦੂਰੀ 'ਤੇ ਜਾਣ ਲਈ ਲੋਕਾਂ ਨੂੰ ਡਰਦੇ 10-10 ਮੀਲ ਦਾ ਵਲਾ ਮਾਰ ਕੇ ਜਾਣਾ ਪੈਂਦਾ ਸੀ। ਗੁਰੂ ਜੀ ਪਾਉਂਟੇ ਸਾਹਿਬ ਸਨ ਕਿ ਕਿਸੇ ਨੇ ਆ ਕੇ ਚਿੱਟੇ ਬੱਬਰ ਸ਼ੇਰ ਦੀ ਖਬਰ ਦਿੱਤੀ, ਜੋ ਪਹਾੜੀ ਦੇ ਨੁੱਕਰ ਵਿੱਚ ਇੱਕ ਕੁਰਨੇ ਵਿੱਚ ਰਹਿੰਦਾ ਸੀ। ਉਸ ਨੂੰ ਮਾਰਨ ਗਏ ਕਈ ਮਾਰੇ ਜਾ ਚੁੱਕੇ ਸਨ। ਇਸ ਸ਼ੇਰ ਨੂੰ ਮਾਰਨ ਲਈ ਨਾਹਨ ਤੇ ਸ਼੍ਰੀਨਗਰ ਦੇ ਰਾਜਿਆਂ ਵੱਲੋਂ ਵੀ ਕੋਸ਼ਿਸ਼ ਹੋ ਚੁੱਕੀ ਸੀ, ਪਰ ਉਹ ਦੂਰੋਂ ਬੰਦੂਕਾਂ ਚਲਾਉਣ ਵਾਲਿਆਂ ਨੂੰ ਵੀ ਐਸੀ ਫੁਰਤੀ ਨਾਲ ਪੈਦਾ ਸੀ ਕਿ ਅੱਖ ਦੇ ਫੌਰ ਵਿੱਚ ਬੰਦੂਕ ਕਿਤੇ ਤੇ ਸ਼ਿਕਾਰੀ ਦਾ ਲਹੂ ਪੀ ਕੇ ਸ਼ੇਰ ਬੁੱਕਦਾ ਤੇ ਗਰਜਦਾ ਫੇਰ ਕੁਰਨੇ ਵਿੱਚ ਜਾ ਵੜਦਾ ਸੀ। ਵੀਰ ਬਹਾਦਰ ਸਤਿਗੁਰ ਇਸ ਸ਼ੇਰ ਦੇ ਸ਼ਿਕਾਰ ਲਈ ਵੰਗਾਰੇ ਗਏ, ਪਰ ਲੋਕਾਂ ਦੇ ਡਰ ਦੂਰ ਕਰਨ ਵਾਲੇ ਨਿਰਭੈ ਸਤਿਗੁਰ ਆਪ ਕਿਵੇਂ ਰੁਕਦੇ। ਸੋ ਸ਼ੇਰ ਦੇ ਕੁਰਨੇ ਵੱਲ ਕੂਚ ਹੋ ਗਿਆ। ਅੱਗੇ ਵੀ ਗੁਰੂ ਜੀ ਨੇ ਅਨੇਕਾਂ ਸ਼ੇਰਾਂ ਦੇ ਸ਼ਿਕਾਰ ਕਟਾਰ, ਢਾਲ ਅਤੇ ਬਰਛੀ ਨਾਲ ਕੀਤੇ ਸਨ, ਪਰ ਅੱਜ ਤਲਵਾਰ ਤੇ ਢਾਲ ਦੇ ਜੌਹਰ ਦਿਖਾਉਣਾ ਚਾਹੁੰਦੇ ਸਨ। ਸ਼ੇਰ ਕੁਰਨੇ ਦੇ ਸਾਹਮਣੇ ਥੋੜ੍ਹਾ ਜਿਹਾ ਮੈਦਾਨੀ ਥਾਂ ਸੀ, ਬਾਕੀ ਚਾਰੇ ਪਾਸੇ ਨਿਵਾਨ ਸੀ। ਸੋ ਹਰ ਸ਼ਿਕਾਰੀ ਨਿਵਾਨ ਦੇ ਮੁੱਕਣ 'ਤੇ ਤੀਰ ਜਾਂ ਬੰਦੂਕ ਨਾਲ ਵਾਰ ਕਰਦਾ ਸੀ। ਉੱਪਰ ਪੱਧਰੇ ਮੈਦਾਨ ਵਿੱਚ ਨਹੀਂ ਸੀ ਜਾਂਦਾ, ਪਰ ਸ਼ੇਰ ਏਡਾ ਬਲੀ ਸੀ ਕਿ ਸਾਰੇ ਮੈਦਾਨੀ ਥਾਂ ਨੂੰ ਇੱਕੋ ਛਾਲ ਨਾਲ ਟੱਪ ਕੇ ਬੰਦੂਕ ਜਾਂ ਤੀਰ ਵਾਲੇ ਉੱਪਰ ਆ ਡਿੱਗਦਾ ਸੀ ਤੇ ਉਸ ਨੂੰ ਪਾੜ ਖਾਂਦਾ ਸੀ। ਸੋ ਇਹੋ ਖੂਨੀ ਸ਼ੇਰ ਦੇ ਸਾਹਮਣੇ ਗੁਰੂ ਜੀ ਦੇ
ਕਹੇ 'ਤੇ ਪਹਾੜੀ ਰਾਜਿਆਂ ਦਾ ਕੋਈ ਸੂਰਮਾ ਤੇ ਬਹਾਦਰ ਅੱਗੇ ਜਾਣ ਲਈ ਤਿਆਰ ਨਾ ਹੋਇਆ ਤਾਂ ਗੁਰੂ ਜੀ ਢਾਲ 'ਤੇ ਤਲਵਾਰ ਲੈ ਕੇ ਇਕੱਲੇ ਹੀ ਅੱਗੇ ਵਧੇ। ਅੱਗੇ ਸ਼ੇਰ ਘੁਰਨੇ ਦੇ ਬਾਹਰ ਖਲੋਤਾ ਇਉਂ ਸੀ ਜਿਵੇਂ ਤਾੜ ਹੀ ਰਿਹਾ ਸੀ। ਉਸ ਨੇ ਦੂਰੋਂ ਹੀ ਛਾਲ ਮਾਰੀ ਅਤੇ ਗੁਰੂ ਜੀ ਦੇ ਉੱਪਰ ਝਪਟਿਆ, ਪਰ ਅਗਲੇ ਪੰਜੇ ਢਾਲ 'ਤੇ ਰੋਕ ਕੇ ਦਸ਼ਮੇਸ਼ ਜੀ ਨੇ ਵੀ ਦੇਰ ਨਾ ਲਾਈ ਅਤੇ ਤਿੱਖੀ ਤਲਵਾਰ ਨਾਲ ਹੇਠੋਂ ਵਾਰ ਕਰਕੇ ਸ਼ੇਰ ਦੇ 2 ਟੁਕੜੇ ਕਰ ਦਿੱਤੇ। ਸੋ ਇਸ ਤਰ੍ਹਾਂ ਦੀ ਬਹਾਦਰੀ ਅਤੇ ਨਿਰਭੈਤਾ ਦਿਖਾਉਣ ਵਾਲੇ ਗੁਰੂ ਜੀ ਦੀ ਸਿੱਖਿਆ ਦਾ ਅਸਰ ਕਿਵੇਂ ਨਾ ਹੁੰਦਾ ਅਤੇ ਵੀਰ ਬਹਾਦਰਾਂ ਦੀਆਂ ਵਾਰਾਂ ਸੁਣ ਸੁਣ ਕੇ ਉਹ ਆਪ ਵੀ ਨਿਰਭੈ ਅਤੇ ਲੜ ਮਰਨ ਲਈ ਤਿਆਰ ਕਿਵੇਂ ਨਾ ਹੁੰਦੇ। ਗੁਰੂ ਜੀ ਕੋਲ 500 ਬਹਾਦਰਾਂ ਦੀ ਫੌਜ ਸੀ। 500 ਉਹ ਪਠਾਨ ਸਨ ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਨੇ ਨੌਕਰ ਰਖਵਾਇਆ ਸੀ। 500 ਪਠਾਨਾਂ ਦੇ 5 ਸਰਦਾਰ ਸਨ, ਕਾਲੇ ਖਾਂ, ਹਫਾਤ ਖਾਂ, ਨਜਾਬਤ ਖਾਂ, ਭੀਖਣ ਖਾਂ ਅਤੇ ਉਮਰੇ ਖਾਂ। ਗੁਰੂ ਜੀ ਨੇ ਪੀਰ ਜੀ ਦੇ ਕਹਿਣ 'ਤੇ ਇਹਨਾਂ ਸਰਦਾਰਾਂ ਨੂੰ ਹਰ ਰੋਜ਼ 5-5 ਅਤੇ ਬਾਕੀ ਪਠਾਨਾਂ ਨੂੰ 1-1 ਰੁਪਏ ਰੋਜ਼ ਦੇਣਾ ਕਰ ਲਿਆ ਸੀ। ਸੋ ਪਾਉਂਟੇ ਸਾਹਿਬ ਵਿੱਚ ਜਿੱਥੇ ਹੋਰ ਸਿੱਖ ਸੂਰਮਿਆਂ ਦੇ ਡੇਰੇ ਲੱਗੇ ਹੋਏ ਸਨ, ਉੱਥੇ ਇਹਨਾਂ ਦੇ ਵੀ ਵੱਖੋ ਵੱਖ 5 ਡੇਰੇ ਸਨ। ਗੁਰੂ ਜੀ ਦੇ ਪ੍ਰਤਾਪ ਨੂੰ ਵੇਖ ਵੇਖ ਕੇ ਇਹ ਹੈਰਾਨ ਅਤੇ ਪਰੇਸ਼ਾਨ ਸਨ ਅਤੇ ਉੱਚੀਆਂ ਨੀਵੀਆਂ ਜਾਤੀਆਂ ਦੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੇ ਹੁਨਰ ਸਿੱਖਦਿਆਂ ਵੇਖਦੇ ਤਾਂ ਆਪੋ ਵਿੱਚ ਗੱਲਾਂ ਕਰਦੇ ਸਨ ਕਿ ਲੜਾਈ ਸਮੇਂ ਗੁਰੂ ਜੀ ਦੀ ਫਤਿਹ ਤਾਂ ਅਸਾਂ ਕਰਾਉਣੀ ਹੈ, ਇਹਨਾਂ ਲੜਾਈ ਤੋਂ ਅਣਜਾਣ ਲੋਕਾਂ ਨੇ ਕੀ ਕਰ ਸਕਣਾ ਹੈ। ਗੱਲਾਂ ਕਹਿੰਦੀਆਂ ਹਨ ਕਿ ਤੁਸੀਂ ਸਾਨੂੰ ਕਰੋ ਅਤੇ ਅਸੀਂ ਤੁਹਾਡੇ ਅੱਗੋਂ ਉਹੀ ਜਿਹੀਆਂ ਬਣ ਕੇ ਆਵਾਂਗੀਆਂ। ਸੋ ਸੱਚਮੁੱਚ ਹੀ ਕੁਦਰਤ ਵੱਲੋਂ ਐਸਾ ਸਮਾਂ ਆ ਗਿਆ। ਭੀਮ ਚੰਦ ਦੇ ਪੁੱਤਰ ਦਾ ਵਿਆਹ ਅਤੇ 22 ਧਾਰ ਰਾਜਿਆਂ ਦਾ ਇਕੱਠ। ਗੁਰੂ ਜੀ ਨੂੰ ਅਨੰਦਪੁਰੋਂ ਆਏ ਨੂੰ 3 ਕੁ ਸਾਲ ਹੋਣ ਲੱਗੇ ਸਨ। ਭੀਮ ਚੰਦ ਦੀ ਉਦੋਂ ਤੋਂ ਹੀ ਗੁਰੂ ਜੀ ਨਾਲ ਵਿਰੋਧਤਾ ਵਧੀ ਹੋਈ ਸੀ। ਉਹ ਆਪਣੇ ਰਾਜ ਪੁਣੇ ਦੇ ਮਾਨ ਦੀ ਹੈਂਕੜ ਦਿਖਾ ਕੇ ਗੁਰੂ ਜੀ ਤੋਂ ਹਾਥੀ ਅਤੇ ਹੋਰ ਸੁਗਾਤਾਂ ਮੰਗਵੀਆਂ ਲੈ ਕੇ ਮੁੜ ਵਾਪਸ ਨਾ ਕਰਨ ਦਾ ਇਰਾਦਾ ਰੱਖਦਾ ਸੀ। ਗੁਰੂ ਜੀ ਆਖਦੇ ਸਨ ਕਿ ਇਹਨਾਂ ਵਸਤਾਂ ਨੂੰ ਦੇ ਕੇ ਮੁੜ ਇਹਨਾਂ ਵਸਤਾਂ ਦੀ ਵਾਪਸੀ ਲਈ ਜੇ ਭੀਮ ਚੰਦ ਨਾਲ ਲੜੀਏ ਤਾਂ ਇਸ ਨਾਲੋਂ ਬਿਹਤਰ ਹੈ ਕਿ ਚੀਜ਼ਾਂ ਨਾ ਦਿੱਤੀਆਂ ਜਾਣ ਅਤੇ ਭੀਮ ਚੰਦ ਇਹਨਾਂ ਚੀਜ਼ਾਂ ਨੂੰ ਲੈਣ ਦੇ ਲਾਲਚ ਨਾਲ ਲੜੇ ਤਾਂ ਉਸ ਨਾਲ ਡਟਵੀਂ ਟੱਕਰ ਲੈ ਕੇ ਉਸ ਦੇ ਹੰਕਾਰ ਅਤੇ ਮਾਨ ਨੂੰ ਦਲਮਲ ਦਿੱਤਾ ਜਾਏ। ਮਸੰਦਾਂ ਦੀਆਂ ਡਰਾਈਆਂ ਮਾਤਾਵਾਂ ਗੁਰੂ ਜੀ ਨੂੰ ਕਹਿੰਦੀਆਂ ਸਨ ਕਿ ਭੀਮ ਚੰਦ ਨੂੰ ਇਹ ਵਸਤਾਂ ਦੇ ਦਿਓ ਅਤੇ ਵਿਗਾੜ ਨਾ ਪਾਓ। ਅਸੀਂ ਫਿਰ ਵੀ ਫਕੀਰ ਹਾਂ, ਸਾਡਾ ਬਾਦਸ਼ਾਹਾਂ ਅਤੇ ਰਾਜਿਆਂ ਨਾਲ ਕੀ ਮੁਕਾਬਲਾ ਹੈ। ਪਰ ਗੁਰੂ ਜੀ ਮਾਤਾਵਾਂ ਨੂੰ ਦਲੇਰੀ ਨਾਲ ਆਖਦੇ ਸਨ, ਮੈਂ ਤਾਂ ਪ੍ਰਭੂ ਜੀ ਦੇ ਹੁਕਮ ਨਾਲ ਸੰਸਾਰ 'ਤੇ ਜਨਮ ਹੀ ਇਸੇ ਕੰਮ ਲਈ ਲਿਆ ਹੈ ਕਿ ਗਰੀਬ ਅਤੇ ਅਨਾਥਾਂ ਨੂੰ ਜਬਰ ਤੋਂ ਬਚਾਉਣਾ ਹੈ। ਜੋ ਗਰੀਬਾਂ, ਅਨਾਥਾਂ ਅਤੇ ਮਸਕੀਨਾਂ ਨੂੰ ਦੁੱਖ ਦਿੰਦੇ ਹਨ, ਉਹਨਾਂ ਪਾਪੀਆਂ ਦਾ ਖਾਤਮਾ ਕਰਨਾ ਹੈ, ਉਹਨਾਂ ਨਾਲ ਟੱਕਰ ਲੈਣੀ ਹੈ। ਫਿਰ ਡਰਾਂ ਕਿਵੇਂ, ਚੁੱਪ ਅਤੇ ਸ਼ਾਂਤ ਕਿਵੇਂ ਰਹਾਂ। ਮੈਂ ਇਹਨਾਂ ਨੀਵੀਆਂ ਅਤੇ ਲਤਾੜੇ ਬੰਦਿਆਂ ਨੂੰ ਹੀ ਉੱਚੇ ਚੁੱਕਣਾ ਹੈ, ਇਹਨਾਂ ਡਰਪੋਕਾਂ ਨੂੰ ਨਿਰਭੈ ਅਤੇ ਦਲੇਰ ਬਣਾਉਣਾ ਹੈ। ਅਤੇ ਫਿਰ ਮਾਤਾ ਜੀ, ਮੈਂ ਤੁਹਾਡੇ ਆਖੇ ਇਹ ਡਰਪੋਕ ਅਤੇ ਆਪਣੇ ਆਪ ਨੂੰ ਬਚਾਉਣ ਵਾਲੀ ਸੁਆਰਥ ਭਰੀ ਨੀਤੀ ਨੂੰ ਕਿਵੇਂ ਅਪਣਾ ਲਵਾਂ। ਪਿਤਾ ਗੁਰੂ ਨੇ ਤਾਂ ਇਹਨਾਂ ਲੋਕਾਂ ਦੇ ਧਰਮ ਲਈ ਸੀਸ ਦਿੱਤਾ ਹੈ, ਪਰ ਉਪਕਾਰੀ ਸਤਿਗੁਰਾਂ ਦੇ ਗੁਣ ਨੂੰ ਨਾ ਜਾਣਨ ਵਾਲੇ ਅਕ੍ਰਿਤਕਣ ਹਨ। ਦੱਸੋ ਇਹਨਾਂ ਦਾ ਡਰ ਕਿਵੇਂ ਮੰਨਿਆ ਜਾ ਸਕਦਾ ਹੈ। ਅਤੇ ਗੁਰੂ ਨਾਨਕ ਨੇ ਜੋ ਨਿਰਭੈਤਾ ਦਾ ਅਸੂਲ ਸਾਨੂੰ ਵਿਖਾਇਆ ਹੈ, ਉਸ ਦੇ ਉਲਟ ਕਿਵੇਂ ਚੱਲਾਂ। ਸੋ ਇਹ ਗੱਲਾਂ ਵਿੱਚੇ ਰਹਿ ਗਈਆਂ ਜਦੋਂ ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ ਗੁਰੂ ਜੀ ਨਹਾਣ ਪਾਉਂਟੇ ਆ ਟਿਕੇ। ਪਰ ਜਿਸ ਭਾਵੀ ਨੂੰ ਕਰਤਾਰ ਨੇ ਜ਼ਰੂਰ ਵਰਤਾ ਕੇ ਹਟਣਾ ਸੀ, ਉਹ ਟਲਦੀ ਕਿਵੇਂ। ਉਹੀ ਭੀਮ ਚੰਦ ਜੋ ਗੁਰੂ ਜੀ ਨਾਲ ਇੱਕ ਕਰਨ 'ਤੇ ਤੁਲਿਆ ਹੋਇਆ ਸੀ, ਪਰਿਵਾਰ ਅਤੇ ਹੋਰ ਸਾਥੀ ਰਾਜਿਆਂ ਦੇ ਕਹੇ ਨੂੰ ਮੰਨ ਗਿਆ ਸੀ ਕਿ ਪੁੱਤਰ ਦੇ ਵਿਆਹ ਤੋਂ ਪਹਿਲੇ ਜੰਗ ਦੀ ਬਦਸ਼ਗਨੀ ਨਾ ਕਰੇ। ਜੰਗ ਦਾ ਕੀ ਪਤਾ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ। ਪਰ ਭੀਮ ਚੰਦ ਦੀ ਟੁਕਲਤਾਈਆਂ ਨੇ ਉਸ ਦਾ ਖਹਿੜਾ ਨਾ ਛੱਡਿਆ ਅਤੇ ਉਸ ਦੀਆਂ ਟੁਕਲਤਾਈਆਂ ਹੀ ਉਸ ਦੇ ਰਸਤੇ ਵਿੱਚ ਰੁਕਾਵਟ ਬਣ ਕੇ ਸਾਹਮਣੇ ਆ ਗਈਆਂ।
ਭੀਮ ਚੰਦ 11-12 ਰਾਜਿਆਂ ਤੇ ਉਹਨਾਂ ਦੀਆਂ ਫੌਜਾਂ ਸਮੇਤ ਕਹਿਲੂਰ ਤੋਂ ਜਮਲੇ ਕੇ ਤੁਰਿਆ ਤਾਂ ਰਸਤੇ ਵਿੱਚ ਹੀ ਪਾਉਂਟਾ ਸਾਹਿਬ ਜੀ ਸੀ, ਜਿੱਥੋਂ ਲੰਘ ਕੇ ਉਸ ਨੇ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੇ ਘਰ ਪੁੱਜਣਾ ਸੀ। ਫਤਿਹ ਸ਼ਾਹ ਨੇ ਆਪਣੀ ਪੁੱਤਰੀ ਦਾ ਨਾਤਾ ਭੀਮ ਚੰਦ ਦੇ ਪੁੱਤਰ ਨਾਲ ਕੀਤਾ ਹੋਇਆ ਸੀ। ਭੀਮ ਚੰਦ ਨੇ ਪਾਉਂਟੇ ਨੇੜੇ ਪੁੱਜ ਕੇ ਸਲਾਹ ਕੀਤੀ ਕਿ ਪਾਉਂਟੇ ਕੋਲੋਂ ਲੰਘਣ ਸਮੇਂ ਗੁਰੂ ਦਾ ਡੇਰਾ ਲੁੱਟ ਲਵੋ, ਸਭ ਕੀਮਤੀ ਵਸਤਾਂ ਖੋਹ ਖਿੰਝ ਲਵੋ, ਜੇ ਦਾਅ ਲੱਗੇ ਤਾਂ ਗੁਰੂ ਨੂੰ ਜਿਉਂਦੇ ਫੜ ਲਵੋ। ਇਸ ਤਰ੍ਹਾਂ ਸਾਡੀ ਵੱਡੀ ਫਤਿਹ ਹੋਵੇਗੀ ਤੇ ਬਾਦਸ਼ਾਹ ਨੂੰ ਵੀ ਖੁਸ਼ ਕਰ ਲਵਾਂਗੇ। ਪਰ ਉਹਨਾਂ ਦੀਆਂ ਇਹ ਚਾਲਾਂ ਉਹਨਾਂ ਦੇ ਦਿਮਾਗ ਵਿੱਚ ਹੀ ਰਹਿ ਗਈਆਂ। ਸੂਰਬੀਰਾਂ ਦੇ ਸੂਰਬੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੀਆਂ ਕੁਟਲਤਾਈਆਂ ਦਾ ਪਤਾ ਸੀ। ਉਹਨਾਂ ਨੇ ਸਿੱਖਾਂ ਨੂੰ ਤਿਆਰ ਬਰ ਤਿਆਰ ਕਰ ਦਿੱਤਾ ਤੇ ਸੁਨੇਹਾ ਭੇਜ ਦਿੱਤਾ, ਕਿਸੇ ਹੋਰ ਰਸਤੇ ਲੰਘ ਜਾਓ, ਇੱਥੋਂ ਅਸਾਂ ਨਹੀਂ ਲੰਘਣ ਦੇਣਾ। ਹੁਣ ਤਾਂ ਭੀਮ ਚੰਦ ਨੂੰ ਕੁੜਿੱਕੀ ਪੈ ਗਈ। ਇੱਥੋਂ ਲੰਘੇ ਬਿਨਾਂ ਉਹ ਵਕਤ ਸਿਰ ਪੁੱਜ ਨਹੀਂ ਸੀ ਸਕਦਾ, ਪਰ ਉਸ ਦੀਆਂ ਕੁਟਲ ਚਾਲਾਂ ਨੇ ਉਸ ਦਾ ਰਾਹ ਰੋਕ ਲਿਆ। ਉਹ ਜੇ ਲੜ ਕੇ ਲੰਘਣਾ ਚਾਹੁੰਦਾ ਤਾਂ ਵੀ ਮੁਮਕਿਨ ਨਹੀਂ ਸੀ ਤੇ ਉਹ ਜਿਸ ਗੱਲੋਂ ਡਰਦਾ, ਹੁਣ ਤੱਕ ਸਭ ਕੁਝ ਧਮਕੀਆਂ ਤੇ ਅੱਜ ਆਏ ਕੱਲ੍ਹ ਆਏ ਤੱਕ ਦੀਆਂ ਗੱਲਾਂ ਕਰਦਾ ਵੀ ਅੱਗੇ ਨਹੀਂ ਸੀ ਹੋਇਆ ਕਿ ਪੁੱਤਰ ਦਾ ਵਿਆਹ ਹੋਣ ਮਗਰੋਂ ਕੁਝ ਫਤਿਹ ਸ਼ਾਹ ਵੱਲੋਂ ਤੇ ਕੁਝ ਆਪਣੇ ਵੱਲੋਂ ਤੇ ਕੁਝ ਆਪਣੇ ਵੱਲ ਆਏ ਸਭਨਾਂ ਰਾਜਿਆਂ ਦੀਆਂ ਫੌਜਾਂ ਨਾਲ ਅਨੰਦਪੁਰ ਨੂੰ ਉਜਾੜ ਦਿਆਂਗੇ। ਪਰ ਗੁਰੂ ਜੀ ਅਨੰਦਪੁਰੋਂ ਨਾਹਨ ਆ ਗਏ ਤਾਂ ਉਹ ਇਹੋ ਵਿਉਂਤਾਂ ਬਣਾਉਂਦਾ ਆ ਰਿਹਾ ਸੀ ਕਿ ਚਲੋ ਚੰਗਾ ਮੌਕਾ ਬਣ ਗਿਆ ਹੈ। ਮੇਰੇ ਨਾਲ ਰਾਜੇ ਤੇ ਉਹਨਾਂ ਦੀਆਂ ਫੌਜਾਂ ਵੇਖ ਕੇ ਗੁਰੂ ਨੇ ਮੈਨੂੰ ਰੋਕਣਾ ਨਹੀਂ ਤੇ ਮੈਂ ਲੰਘਦੇ ਸਮੇਂ ਜ਼ਰੂਰ ਹੀ ਗੁਰੂ ਨੂੰ ਲੁੱਟਾਂਗਾ ਤੇ ਜਿਹੜੀਆਂ ਚੀਜ਼ਾਂ ਗੁਰੂ ਨੇ ਮੈਨੂੰ ਨਹੀਂ ਦਿੱਤੀਆਂ, ਮੈਂ ਉਹ ਹਰ ਹਾਲਤ ਵਿੱਚ ਹੁਣ ਲੁੱਟ ਕੇ ਲੈ ਜਾਵਾਂਗਾ। ਪਰ ਹੁਣ ਰਸਤਾ ਰੁਕਿਆ ਵੇਖ ਕੇ ਬੜਾ ਤਰਲੋ ਮੱਛੀ ਹੋਵੇ, ਪਰ ਪੇਸ਼ ਨਾ ਗਈ। ਅਖੀਰ ਉਸਨੇ ਆਪਣੇ ਪੁੱਤਰ ਅਜਮੇਰ ਚੰਦ ਤੇ ਨਾਲ ਇੱਕ ਬ੍ਰਾਹਮਣ ਨੂੰ ਇਸੇ ਰਸਤੇ ਘੱਲ ਦਿੱਤਾ ਕਿ ਤੁਸੀਂ ਤਾਂ ਵਕਤ ਸਿਰ ਪੁੱਜੋ ਤੇ ਸੁਧਾਏ ਸ਼ਾਹੇ ਤੇ ਵਿਆਹ ਹੋ ਜਾਏ, ਅਸੀਂ ਸਾਰੇ 2 ਦਿਨ ਮਗਰੋਂ ਪੁੱਜਾਂਗੇ। ਕਹਿੰਦੇ ਹਨ ਕਿ ਗੁਰੂ ਜੀ ਦੇ ਸਿੱਖਾਂ ਨੇ ਇਹਨਾਂ ਨੂੰ ਪਛਾਣ ਕੇ ਫੜ ਲਿਆ, ਪਰ ਅਜਮੇਰ ਚੰਦ ਦੇ ਹੱਥ ਜੋੜਨ ਤੇ ਉਸ ਦੇ ਮਾफ़ੀ ਮੰਗਣ ਤੇ ਛੱਡ ਦਿੱਤਾ। ਸੋ ਲਾੜਾ ਤਾਂ ਵਕਤ ਸਿਰ ਪੁੱਜ ਗਿਆ, ਪਰ ਜੰਝ ਵੱਲ ਪਾ ਕੇ ਕਈ ਦਿਨਾਂ ਮਗਰੋਂ ਪੁੱਜੀ। ਫਤਿਹ ਸ਼ਾਹ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ, ਸੋ ਉਸ ਨੇ ਗੁਰੂ ਜੀ ਨੂੰ ਸੱਦ ਭੇਜਿਆ ਸੀ। ਅੰਤਰਜਾਮੀ ਸਤਿਗੁਰੂ ਜੀ ਆਪ ਤਾਂ ਨਾ ਗਏ, ਪਰ ਆਪਣੇ ਵੱਲੋਂ 1.25 ਲੱਖ ਰੁਪਏ ਦਾ ਕੀਮਤੀ ਸਮਾਨ ਲੜਕੀ ਲਈ ਭੇਜ ਦਿੱਤਾ। ਦੀਵਾਨ ਨੰਦ ਚੰਦ ਦੀ ਕਮਾਨ ਵਿੱਚ 500 ਸਿੱਖ ਇਹ ਸਾਰਾ ਸਮਾਨ ਲੈ ਕੇ ਸ਼੍ਰੀਨਗਰ ਪੁੱਜੇ। ਭੀਮ ਚੰਦ ਦੇ ਪੁੱਜਣ ਤੇ ਦਾਜ ਦਾ ਵਿਖਾਵਾ ਕੀਤਾ ਤੇ ਜਿਨ੍ਹਾਂ ਨੇ ਜੋ ਕੁਝ ਦਿੱਤਾ ਸੀ ਉਹਨਾਂ ਦੇ ਨਾਂ ਬੋਲੇ ਜਾ ਰਹੇ ਸਨ, ਤਾਂ ਗੁਰੂ ਜੀ ਵੱਲੋਂ ਭੇਜੇ ਸਮਾਨ ਨੂੰ ਵਿਖਾ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲਿਆ ਗਿਆ ਤਾਂ ਭੀਮ ਚੰਦ ਉਸੇ ਵੇਲੇ ਔਖਾ ਹੋ ਪਿਆ ਕਿ ਜਿਹੜਾ ਮੇਰਾ ਵੈਰੀ ਉਹ ਫਤਿਹ ਸ਼ਾਹ ਦਾ ਦੋਸਤ ਹੋਵੇ, ਇਹ ਗੱਲ ਉਲਟੀ ਹੈ ਤੇ ਮੈਂ ਇਸ ਨੂੰ ਸਹਾਰ ਨਹੀਂ ਸਕਦਾ। ਇਸ ਲਈ ਫਤਿਹ ਸ਼ਾਹ ਜਾਂ ਤਾਂ ਮੇਰੇ ਨਾਲ ਅੱਗੇ ਲੱਗ ਕੇ ਗੁਰੂ 'ਤੇ ਹਮਲਾ ਕਰੇ ਤੇ ਲੜੇ, ਜਾਂ ਮੈਂ ਉਸ ਦੀ ਧੀ ਦਾ ਡੋਲਾ ਛੱਡ ਕੇ ਹੁਣੇ ਜਾਂਦਾ ਹਾਂ। ਫਤਿਹ ਸ਼ਾਹ ਲੜਨਾ ਨਹੀਂ ਸੀ ਚਾਹੁੰਦਾ, ਪਰ ਹੁਣ ਉਸ ਦੀ ਹਾਲਤ ਵੀ ਖਾਏ ਤੇ ਕੋਹੜਾ ਛੱਡੇ ਤੇ ਅੰਨਾ ਵਾਲੀ ਸੀ। ਜੇ ਭੀਮ ਚੰਦ ਦੀ ਨਹੀਂ ਮੰਨਦਾ ਤਾਂ ਧੀ ਸਾਰੀ ਉਮਰ ਲਈ ਬੂਹੇ 'ਤੇ ਬੈਠਦੀ ਹੈ ਤੇ ਜੇ ਲੜਦਾ ਹੈ ਤਾਂ ਅਪਜਸ ਤੇ ਹਾਨੀ ਹੀ ਹਾਨੀ ਪੱਲੇ ਪੈਣੀ ਸੀ। ਪਰ ਉਸ ਨੂੰ ਬਰਾਦਰੀ ਦੇ ਮਗਰ ਲੱਗ ਕੇ ਭੀਮ ਚੰਦ ਦੀ ਗੱਲ ਮੰਨਣੀ ਪਈ। ਇਸ ਮਗਰੋਂ ਉਹ ਸਾਰੇ ਹੀ ਜਦ ਗੁਰੂ ਜੀ ਵਿਰੁੱਧ ਗੱਲਾਂ ਕਰਨ ਤੇ ਲੜਨ ਦੀਆਂ ਤਿਆਰੀਆਂ ਕਰਦੇ ਵੇਖੇ ਤਾਂ ਸਿਆਣੇ ਨੰਦ ਚੰਦ ਨੇ ਝੱਟ ਹੀ ਸਾਥੀ ਸਿੱਖਾਂ ਨੂੰ ਆਪਣਾ ਲਿਆਂਦਾ ਸਮਾਨ ਚੁੱਕਣ ਤੇ ਵਾਪਸ ਜਾਣ ਦਾ ਇਸ਼ਾਰਾ ਕੀਤਾ। ਫੁਰਤੀਲੇ ਸਿੱਖਾਂ ਦੀ ਫੁਰਤੀ ਦਾ ਉਹਨਾਂ ਨੂੰ ਚਿੱਤ ਚੇਤਾ ਹੀ ਨਹੀਂ ਸੀ। ਸਿੱਖਾਂ ਅੱਖ ਦੇ
ਫੌਰ ਵਿੱਚ ਪਹਿਲੇ ਘੋੜੇ ਤਿਆਰ ਕੀਤੇ ਅਤੇ ਫਿਰ ਸਮਾਨ ਚੁੱਕ ਕੇ ਉਹਨਾਂ ਘੋੜੇ ਦੌੜਾ ਲਏ। ਰਾਜਿਆਂ ਨੇ ਸਮਾਨ ਖੋਹਣ 'ਤੇ ਸਿੱਖਾਂ ਨੂੰ ਰੋਕਣ ਲਈ ਸਾਰਾ ਜ਼ੋਰ ਲਾਇਆ, ਪਰ ਸਿੱਖ ਝੱਟ ਹੀ ਦਰਿਆ 'ਤੇ ਜਾ ਪੁੱਜੇ ਅਤੇ ਬੇੜੀਆਂ 'ਤੇ ਚੜ੍ਹ ਪਾਰ ਹੋ ਗਏ। ਰਾਜਿਆਂ ਦੀ ਫੌਜ ਤੀਰ ਅਤੇ ਬੰਦੂਕਾਂ ਚਲਾਉਂਦੀ ਭਾਵੇਂ ਬਥੇਰੇ ਜ਼ੋਰ ਨਾਲ ਪਿੱਛੇ ਦੌੜੀ, ਪਰ ਦਰਿਆ 'ਤੇ ਆ ਕੇ ਰੁਕ ਗਈ। ਸਿੱਖਾਂ ਦੀ ਫੁਰਤੀ ਵੇਖ ਸਭ ਚਤਰਿਤ ਹੋ ਗਏ। ਲੜਾਈ ਦਾ ਬਿਗਲ ਵੱਜ ਚੁੱਕਾ ਸੀ, ਪਰ ਹੁਣ ਰਾਜਿਆਂ ਨੂੰ ਸੋਚਾਂ ਪੈ ਗਈਆਂ ਕਿ ਗੁਰੂ ਜੀ ਕੋਲ 500 ਪਠਾਨ ਵੀ ਹਨ। ਪਠਾਨਾਂ ਦਾ ਉਸ ਸਮੇਂ ਇੰਨਾ ਜਬਾ ਸੀ ਕਿ ਉਹ ਇਹ ਸਮਝਦੇ ਸੀ ਕਿ ਪਠਾਨਾਂ ਦੇ ਮਦਦੀ ਹੁੰਦੇ ਉਹ ਗੁਰੂ ਜੀ ਨੂੰ ਜਿੱਤ ਨਹੀਂ ਸਕਣਗੇ। ਇਸ ਲਈ ਉਹਨਾਂ ਨੇ ਉਸੇ ਵੇਲੇ ਸੂਹੀਏ ਭੇਜੇ, ਜਿਨ੍ਹਾਂ ਨੇ ਪਠਾਨਾਂ ਦੇ ਮੁਖੀ ਸਰਦਾਰਾਂ ਨਾਲ ਰਾਜਿਆਂ ਵੱਲੋਂ ਇਨਾਮ ਦੇਣ ਅਤੇ ਗੁਰੂ ਜੀ ਦੇ ਡੇਰੇ ਦੀ ਲੁੱਟ ਦਾ ਮਾਲ ਉਹਨਾਂ ਨੂੰ ਸਾਂਭ ਲੈਣ ਦਾ ਲਾਲਚ ਦਿੱਤਾ। ਪਠਾਨਾਂ ਦੀਆਂ ਅੱਖਾਂ ਅੱਗੇ ਹੀ ਗੁਰੂ ਜੀ ਦੇ ਪਾਸ ਧਨ ਅਤੇ ਭੇਟਾਂ ਦੇ ਅੰਬਾਰ ਲੱਗ ਜਾਣ ਨੇ ਪਾੜੀਆਂ ਹੋਈਆਂ ਸਨ। ਉਹਨਾਂ ਸੋਚਿਆ ਕਿ ਗੁਰੂ ਦੇ ਡੇਰੇ ਦਾ ਧਨ ਤਾਂ ਸਾਡੀਆਂ ਕਈ ਪੀੜ੍ਹੀਆਂ ਕੋਲੋਂ ਨਹੀਂ ਮੁੱਕਣਾ। ਇਸ ਸ਼ਰਤ 'ਤੇ ਉਹ ਤਾਂ ਮੰਨ ਗਏ, ਪਰ ਇੱਕ ਕਾਲੇ ਖਾਂ ਸਰਦਾਰ ਨੇ ਉਹਨਾਂ ਦੀ ਗੱਲ ਨਾ ਮੰਨੀ। ਬਾਕੀ ਚਾਰੇ ਪਠਾਨ ਸਰਦਾਰ ਆਪਣੇ 100 ਸਾਥੀਆਂ ਸਣੇ ਰਾਤੋਂ ਰਾਤ ਪਹਾੜੀਆਂ ਨਾਲ ਜਾ ਮਿਲੇ। ਦੀਵਾਨ ਨੰਦ ਚੰਦ ਨੇ ਗੁਰੂ ਜੀ ਨੂੰ ਆਉਂਦੇ ਹੀ ਰਾਜਿਆਂ ਦੀ ਬਦਨੀਤੀ ਦੱਸ ਕੇ ਤਿਆਰ ਹੋ ਜਾਣ ਲਈ ਕਹਿ ਦਿੱਤਾ ਸੀ, ਪਰ ਇਸੇ ਰਾਤ ਨੂੰ 400 ਪਠਾਨ ਅਤੇ 500 ਉਦਾਸੀ ਸਾਧ, ਜੋ ਵੇਲੀਆਂ ਤਾਂ ਖੁਸ਼ ਹੋ ਕੇ ਖਾਂਦੇ ਸਨ, ਪਰ ਹੁਣ ਜੰਗ ਦਾ ਸਮਾਂ ਵੇਖ ਕੇ ਡਰ ਗਏ ਕਿ ਮਤਾਂ ਇੱਥੇ ਮਾਰੇ ਹੀ ਨਾ ਜਾਈਏ। ਸੋ ਦਿਨ ਚੜ੍ਹਨ ਤੋਂ ਪਹਿਲੇ ਹੀ ਗੁਰੂ ਜੀ ਨੂੰ ਸਿੱਖਾਂ ਨੇ ਜਾਂ ਦੱਸਿਆ ਕਿ ਉਦਾਸੀਆਂ ਦਾ ਇਕੱਲਾ ਮਹੰਤ ਕਿਰਪਾਲ ਦਾਸ ਹੀ ਰਹਿ ਗਿਆ ਹੈ, ਬਾਕੀ ਸਾਧ ਨੱਠ ਗਏ ਹਨ ਅਤੇ 400 ਪਠਾਨ ਵੀ ਪਹਾੜੀਆਂ ਨਾਲ ਜਾ ਮਿਲੇ ਹਨ। ਕਾਲੇ ਖਾਂ ਪਠਾਨ ਸਰਦਾਰ ਨੇ ਆਪਣੀ ਵਫਾਦਾਰੀ ਦੀ ਸਹੁੰ ਖਾ ਕੇ ਦੂਜੇ ਪਠਾਨਾਂ ਦੀ ਗੱਲ ਗੁਰੂ ਜੀ ਨੂੰ ਆ ਦੱਸੀ। ਗੁਰੂ ਜੀ ਨੇ ਪਠਾਨਾਂ ਦੀ ਇਸ ਗਦਾਰੀ ਦੀ ਖਬਰ ਪੀਰ ਬੁੱਧੂ ਸ਼ਾਹ ਨੂੰ ਭੇਜ ਦਿੱਤੀ, ਕਿਉਂਕਿ ਪੀਰ ਜੀ ਨੇ ਨੌਕਰ ਖਾਨ ਸਮੇਂ ਉਹਨਾਂ ਦੀ ਹਰ ਗੱਲ ਦੀ ਜਾਮਨੀ ਚੁੱਕੀ ਸੀ। ਗੁਰੂ ਜੀ ਨੇ ਭੁੱਖੇ ਮਰਦੇ ਪਠਾਨਾਂ ਦੀ ਮਦਦ ਲਈ ਅੰਗ ਪਾਲਿਆ ਸੀ, ਪਰ ਮੂਰਖ ਪਠਾਨ ਇਸ ਉਪਕਾਰ ਅਤੇ ਨੇਕੀ ਨੂੰ ਝੱਟ ਹੀ ਲਾਲਚ ਵਿੱਚ ਆ ਕੇ ਭੁੱਲ ਗਏ। ਰਾਜਿਆਂ ਨੇ ਪਠਾਨਾਂ ਨੂੰ ਇਹ ਲਾਲਚ ਵੀ ਦਿੱਤਾ ਸੀ ਕਿ ਅਸੀਂ ਸਾਰੇ ਰਾਜੇ ਤੁਹਾਡੀ ਸਿਫਾਰਿਸ਼ ਕਰਕੇ ਤੁਹਾਨੂੰ ਮੁੜ ਔਰੰਗਜ਼ੇਬ ਕੋਲ ਨੌਕਰੀ ਵੀ ਦਿਵਾ ਦਿਆਂਗੇ। ਸੋ ਇਹਨਾਂ ਗੱਲਾਂ ਨੇ ਪਠਾਨਾਂ ਨੂੰ ਨਮਕ ਹਰਾਮ ਬਣਾ ਦਿੱਤਾ। ਕਾਲੇ ਖਾਂ ਨੇ ਵਰਜੇ ਵੀ ਉਹ ਨਾ ਰਹੇ, ਪਰ ਕਾਲੇ ਖਾਂ ਪੱਕਾ ਰਿਹਾ। ਭੰਗਾਣੀ ਦਾ ਮੈਦਾਨੇ ਜੰਗ ਰਾਤੋਂ ਰਾਤ ਹੀ ਪੰਮਾ ਭੀਮ ਚੰਦ ਦਾ ਵਜ਼ੀਰ, ਜੋ ਅਨੰਦਪੁਰ ਵੀ ਭੀਮ ਚੰਦ ਵੱਲੋਂ ਹੀ ਗਿਆ ਅਤੇ ਗੁਰੂ ਜੀ ਨੂੰ ਵੱਧ ਘੱਟ ਬੋਲਣ 'ਤੇ ਉੱਥੋਂ ਧੱਕੇ ਖਾ ਕੇ ਬੇਇੱਜ਼ਤੀ ਕਰਾ ਕੇ ਆਇਆ ਸੀ। ਪਠਾਨਾਂ ਨੂੰ ਜਦ ਨਾਲ ਲੈ ਆਇਆ ਤਾਂ ਉਹਨਾਂ ਨੂੰ ਦੇਖ ਕੇ ਰਾਜਿਆਂ ਨੂੰ ਚਾਅ ਚੜ੍ਹ ਗਏ ਕਿ ਬਸ ਹੁਣ ਤਾਂ ਸਾਡੀ ਫਤਿਹ ਨੂੰ ਕੋਈ ਰੋਕ ਨਹੀਂ ਸਕਦਾ। 500-700 ਜਾਂ 1000 ਸਿੱਖਾਂ ਨੂੰ ਤਾਂ ਇਹ ਪਠਾਨ ਹੀ ਬਥੇਰੇ ਹਨ, ਪਰ ਜਦ ਸਾਡੀ 25-30 ਹਜ਼ਾਰ ਫੌਜ ਦਾ ਹੱਲਾ ਹੋਇਆ ਤਾਂ ਗੁਰੂ ਨੂੰ ਤਾਂ ਅਸਾਂ ਜਿਉਂਦੇ ਹੀ ਫੜ ਲੈਣਾ ਹੈ ਅਤੇ ਸਾਡੀ ਫਤਿਹ ਹੋ ਜਾਏਗੀ। 22 ਧਾਰ ਦੇ ਰਾਜਿਆਂ ਦਾ ਇਕੱਠ ਸੀ। ਭੀਮ ਚੰਦ, ਕਹਿਲੂਰੀਏ ਅਤੇ ਫਤਿਹ ਸ਼ਾਹ ਇਹਨਾਂ ਦੇ ਮੁਖੀ ਸਨ। ਗੋਪਾਲ ਚੰਦ ਗੁਲੇਰੀਆ, ਕਿਰਪਾਲ ਚੰਦ ਕਟੋਚ ਕਾਂਗੜਾ, ਵੀਰ ਸੈਨ ਮੰਡੀ, ਕੇਸਰੀ ਸਿੰਘ ਜਸਵਾਲੀਆ, ਭੀਮ ਚੰਦ ਦਾ ਸਾਲਾ ਦਿਆਲ ਚੰਦ ਕਾਠਗੜੀਆ, ਹਰੀ ਚੰਦ ਹੰਡੂਰੀਆ, ਕਰਮ ਚੰਦ ਭੰਬੋਰੀਆ, ਉਮੈਦ ਸਿੰਘ ਜਸਵੰਦਾ, ਅਨੰਤ ਸਿੰਘ ਪ੍ਰਿਥੀਪੁਰੀਆ, ਝਗੜ ਚੰਦ ਮਨਸੀਆ, ਭਾਊ ਸਿੰਘ ਸੀਬੀਆ, ਧਰਮਪਾਲ ਕੁਕਲੇੜੀਆਂ, ਦਇਆ ਸਿੰਘ ਨੂਰਪੁਰੀਆ, ਭਾਗ ਸਿੰਘ ਤਰਲੋਕਪੁਰ, ਟੇਕ ਸਿੰਘ ਕਸ਼ਤਵਾੜ, ਗੁਰਭਜ ਇੰਦੌਰ, ਜੈ ਚੰਦ ਬੀਜੇਵਾਲਾ, ਠਿੱਡੀ ਸਿੰਘ ਸੰਗਰੀਆ, ਸੰਸਾਰ ਚੰਦ ਨੰਦੌਣ, ਹਰੀ ਚੰਦ ਕੋਟੀਵਾਲਾ, ਲਛੂ ਚੰਦ ਕਸੌਲੀ ਅਤੇ ਭੂਤ ਸਿੰਘ ਨਾਮੀ ਰਾਜੇ ਲੜਾਈ ਲਈ
ਤਿਆਰ ਹੋ ਕੇ ਤੁਰ ਪਏ। ਪਠਾਨ ਨਮਕ ਹਰਾਮੀ ਨੇ ਵੀ ਰਾਜਿਆਂ ਨੂੰ ਦੱਸਿਆ ਕਿ ਸਿੱਖ ਭਾਵੇਂ 1000-2000 ਹੀ ਹੋਣ, ਪਰ ਕੋਈ ਕਿਤੋਂ ਦਾ ਹੈ ਅਤੇ ਕੋਈ ਕਿਤੋਂ ਦਾ, ਅਤੇ ਕੋਈ ਕਿਸੇ ਜਾਤ ਦਾ ਹੈ। ਬਹੁਤੇ ਨੀਵੀਆਂ ਜਾਤਾਂ ਵਾਲੇ ਲੁਹਾਰ ਤਰਖਾਣ ਹੀ ਹਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਲੜੀਦਾ ਕਿਵੇਂ ਹੈ। ਅਜਿਹੇ ਸਿੱਖਾਂ ਨੇ ਸਾਡਾ ਕੀ ਮੁਕਾਬਲਾ ਕਰਨਾ ਹੈ। ਹਾਂ, ਗੁਰੂ ਆਪ, ਉਸ ਦੇ ਭੂਆ ਦੇ ਪੁੱਤਰ ਅਤੇ 200-400 ਸਿੱਖ ਜ਼ਰੂਰ ਜੰਗੀ ਹੁਨਰਾਂ ਨੂੰ ਜਾਣਦੇ ਹਨ, ਪਰ ਸਾਡੇ ਫੌਜਾਂ ਦੇ ਹੜ੍ਹ ਅੱਗੇ ਉਹਨਾਂ ਦਾ ਕੀ ਮੁੱਲ ਪੈਣਾ ਹੈ। ਉਹਨਾਂ ਸਾਡੇ 2 ਹੱਲੇ ਵੀ ਨਹੀਂ ਚੱਲ ਸਕਣੇ। ਸੋ ਇਸ ਤਰ੍ਹਾਂ ਦੀਆਂ ਫੜਾਂ ਮਾਰਦੇ ਇਹ ਸਾਰੇ ਤੁਰ ਪਏ ਅਤੇ ਜਮਨਾ ਪਾਰ ਹੋ ਗਏ। ਉਹਨਾਂ ਦੇ ਨਗਾਰੇ ਅਤੇ ਜੰਗੀ ਬਾਜਿਆਂ ਦੀ ਆਵਾਜ਼ ਦੂਰੋਂ ਹੀ ਸੁਣਾਈ ਦੇ ਰਹੀ ਸੀ। ਇਹ ਖਬਰ ਚਾਰੇ ਪਾਸੇ ਹਵਾ ਵਾਂਗ ਫੈਲ ਗਈ ਸੀ ਕਿ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਚੜ੍ਹਾਈ ਕਰ ਦਿੱਤੀ ਹੈ। ਇਸ ਸਮੇਂ ਮੇਦਨੀ ਪ੍ਰਕਾਸ਼ ਰਾਜੇ ਨੇ ਕਿਸੇ ਪਾਸੇ ਵੀ ਹਿੱਸਾ ਨਾ ਲਿਆ ਅਤੇ ਬਰਾਦਰੀ ਪੁਣੇ ਦੇ ਦਬਾਅ ਕਾਰਨ ਉਹ ਲੁਕ ਜਿਹਾ ਗਿਆ। ਪਰ ਗੁਰੂ ਜੀ ਤੋਂ ਆਪਾ ਵਾਰਨ ਵਾਲੇ ਸਿੱਖਾਂ ਨੂੰ ਚਾਉ ਚੜ੍ਹ ਗਏ। ਦੂਜੇ ਦਿਨ ਸਵੇਰੇ ਹੀ ਗੁਰੂ ਜੀ ਨੇ ਖਾਸ ਪੌਂਟੇ ਨੂੰ ਲੜਾਈ ਦਾ ਮੈਦਾਨ ਬਣਾਉਣ ਦੀ ਥਾਂ ਸਿਆਣੇ ਜਰਨੈਲ ਵਾਂਗ ਆਪਣੇ ਸਿੱਖ ਸੂਰਮਿਆਂ ਨੂੰ ਪਹਾੜੀਆਂ ਦਾ ਰਾਹ ਰੋਕਣ ਲਈ 800 ਮੀਲ ਪੌਂਟੇ ਤੋਂ ਦੂਰ, ਜਿੱਧਰੋਂ ਪਹਾੜੀਆਂ ਗੱਜਦੇ ਅਤੇ ਨਗਾਰੇ ਵਜਾਉਂਦੇ ਆ ਰਹੇ ਸਨ, ਅੱਗੇ ਜਾ ਕੇ ਰਾਹ ਰੋਕਣ ਦਾ ਹੁਕਮ ਦੇ ਦਿੱਤਾ। ਭੰਗਾਣੀ ਜੰਗ ਲਈ ਠੀਕ ਥਾਂ ਸੀ। ਇੱਕ ਪਾਸੇ ਤਾਂ ਉੱਚਾ ਪਹਾੜ ਸੀ ਅਤੇ ਦੂਜੇ ਪਾਸੇ ਦਰਿਆ ਸੀ। ਬਸ ਆਮੋ ਸਾਹਮਣਿਓ ਸੂਰਮਿਆਂ ਦੇ ਟਾਕਰਨ ਦੀ ਸੋਹਣੀ ਥਾਂ ਸੀ। ਇੱਕ ਪਾਸੇ ਸਿੱਦਕੀ ਸੱਚੇ ਅਤੇ ਜ਼ੁਲਮ ਵਿਰੁੱਧ ਜੰਗ ਕਰਨ ਦੇ ਚਾਅ ਵਾਲੇ ਸਨ ਅਤੇ ਦੂਜੇ ਪਾਸੇ ਹੈਂਕੜ ਬਹੁਤੀਆਂ ਰਾਜਗੀਰੀਆਂ ਦਾ ਗੁਮਾਨ ਸੀ। ਅਕਾਲ ਪੁਰਖ ਦੇ ਭੇਜੇ ਗੁਰੂ ਜੀ ਨੂੰ ਤਾਂ ਸਗੋਂ ਇਹੋ ਜਿਹੇ ਗੁਮਾਨੀਆਂ ਅਤੇ ਹੰਕਾਰੀਆਂ ਦੇ ਹੰਕਾਰ ਤੋੜਨ ਦਾ ਹੁਕਮ ਸੀ। ਫਿਰ ਉਹ ਕਿਵੇਂ ਡਰਦੇ। ਰੱਬ ਦੇ ਸਹਾਰੇ ਲੜਨ ਵਾਲੇ ਕਦੇ ਵੀ ਡਰੇ ਨਹੀਂ, ਨਾ ਡਰਨਗੇ। ਸੋ ਗੁਰੂ ਜੀ ਦੀ ਫੌਜ ਨੇ ਐਸੀ ਥਾਂ ਮੋਰਚੇ ਲਾਏ ਜਿੱਧਰੋਂ ਵੈਰੀ ਹਰ ਪਾਸਿਓਂ ਵੱਧਦਾ ਮਾਰ ਥੱਲੇ ਆਉਂਦਾ ਸੀ। ਗੁਰੂ ਜੀ ਨੇ ਇਹ ਪ੍ਰਬੰਧ ਇੱਕ ਪ੍ਰਬੀਨ ਸੈਨਿਕ ਵਾਂਗ ਮੁਕੰਮਲ ਕਰ ਲਏ ਤਾਂ ਵੈਰੀ ਦਲ ਅਜੇ ਤੱਕ ਇੱਥੇ ਪਹੁੰਚਾ ਹੀ ਨਹੀਂ ਸੀ। ਮਹੀਨਾ ਵਿਸਾਖ ਦਾ ਸੀ ਅਤੇ ਸੰਮਤ 1746 ਸੀ। ਦੁਪਹਿਰ ਵੇਲੇ ਨਾਲ ਜਿਉਂ ਹੀ ਪਹਾੜੀ ਸੈਨਾ ਅੱਗੇ ਵੱਧ ਰਹੀ ਸੀ, ਸਿੱਖ ਸੂਰਬੀਰਾਂ ਨੇ ਪਹਿਲੇ ਹੱਲੇ ਵਿੱਚ ਹੀ ਉਹ ਹੱਥ ਵਿਖਾਏ ਕਿ ਪਹਾੜੀਆਂ ਦੇ ਦਿਲਾਂ ਵਿੱਚ ਜੋ ਖਿਆਲ ਸੀ ਕਿ ਸਿੱਖਾਂ ਨੂੰ ਪਹਿਲੇ ਹੱਲੇ ਵਿੱਚ ਪੁਜਾ ਦਿਆਂਗੇ, ਉਹ ਪਾਣੀ ਵਿੱਚ ਝੱਗ ਵਾਂਗ ਬੈਠ ਗਿਆ। ਇਸ ਸਮੇਂ ਪਹਾੜੀਆਂ ਨੇ ਪਠਾਨਾਂ ਨੂੰ ਕਿਹਾ, ਓਏ ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਜੀ ਦੀ ਫੌਜ ਵਿੱਚ ਕਮੀ ਕਮੀਨ ਅਤੇ ਐਰਾ ਗੈਰਾ ਨੱਥੂ ਖੈਰਾ ਹੀ ਹਨ, ਪਰ ਇਹਨਾਂ ਨੇ ਤਾਂ ਪੈਂਦਿਆਂ ਹੀ ਸਾਡੇ ਸੈਂਕੜੇ ਸਿਪਾਹੀਆਂ ਮਾਰ ਦਿੱਤੇ ਹਨ। ਸੋ ਹੁਣ ਅੱਗੇ ਹੋਵੋ, ਇਹਨਾਂ ਸਿੱਖਾਂ ਨੂੰ ਭਜਾ ਕੇ ਜਾਂ ਮਾਰ ਕੇ ਗੁਰੂ ਦੇ ਡੇਰੇ ਨੂੰ ਜਾ ਲੁੱਟੋ। ਸੋ ਜੋ ਲੁੱਟ ਲਵੋ, ਬਸ ਤੁਹਾਡਾ ਸਾਡਾ ਵਾਸਤਾ ਤਾਂ ਗੁਰੂ ਨੂੰ ਹਰਾਉਣਾ ਹੀ ਹੈ, ਹੋਰ ਕੁਝ ਵੀ ਨਹੀਂ। ਸਾਰੀ ਗੱਲਬਾਤ ਸੁਣ ਕੇ ਇਹ ਹੰਕਾਰੀ ਪਠਾਨ ਐਲੀ ਐਲੀ ਕਰਦੇ ਅੱਗੇ ਵਧੇ ਤਾਂ ਇੱਧਰੋਂ ਗੁਰੂ ਜੀ ਦੇ ਸ਼ਰਧਾਲੂ ਸਿੱਖ ਡੰਗਰ ਚਾਰਨ ਵਾਲੇ ਮਾਹੀ ਲਾਲ ਚੰਦ, ਜਿਸ ਨੇ ਡੰਗਰ ਚਾਰਨ ਤੋਂ ਬਿਨਾਂ ਕਿਸੇ ਜੰਗ ਵਿੱਚ ਹਿੱਸਾ ਨਹੀਂ ਸੀ ਲਿਆ, ਇਸੇ ਨਾਂ ਦਾ ਇੱਕ ਹਲਵਾਈ ਸੀ, ਜਿਸ ਨੂੰ ਤਕੜੀ ਤੋਲਣੀ ਤਾਂ ਆਉਂਦੀ ਸੀ, ਪਰ ਸ਼ਸਤਰ ਕਦੇ ਹੱਥ ਵਿੱਚ ਫੜ ਕੇ ਨਹੀਂ ਸੀ ਵੇਖਿਆ। ਗੁਰੂ ਜੀ ਦੀ ਭੂਆ ਦੇ ਪੰਜੇ ਵੀਰ ਪੁੱਤਰ ਦੀਵਾਨ ਨੰਦ ਚੰਦ, ਦਇਆ ਰਾਮ ਪ੍ਰੋਹਤ ਅਤੇ ਉਦਾਸੀ ਮਹੰਤ ਕਿਰਪਾਲ ਦਾਸ ਆਦਿ ਨੇ ਅਤੇ ਹੋਰ ਐਸੇ ਹੀ ਸਿੱਖਾਂ ਨੇ ਉਹ ਸ਼ਸਤਰ ਵਾਹੇ ਅਤੇ ਪਠਾਨਾਂ ਨੂੰ ਵੰਗਾਰ ਆਖ ਕੇ ਲੜ ਰਹੇ ਸਨ। ਓਏ ਨਮਕ ਹਰਾਮੋ, ਤਨਖਾਹਾਂ ਗੁਰੂ ਘਰੋਂ ਖਾਂਦੇ ਰਹੇ ਹੋ, ਪਰ ਲੜਨ ਵੇਲੇ ਦੁਸ਼ਮਣਾਂ ਨਾਲ ਰਲੇ ਹੋ। ਯਾਦ ਰੱਖੋ ਪਾਪੀਓ, ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਛੱਡਣਗੇ ਨਹੀਂ। ਸੱਚਮੁੱਚ ਹੀ ਗੁਰੂ ਜੀ ਵੀ ਇੱਕ ਜੰਡ ਦੇ ਓਲੇ ਪਰ ਉੱਚੀ ਥਾਂ ਬੈਠ ਕੇ ਅੱਗੇ ਵੱਧਦੇ ਆਉਂਦੇ ਹਰ ਦੁਸ਼ਮਣ ਨੂੰ ਤੀਰਾਂ ਨਾਲ ਪਰੋਈ ਜਾਂਦੇ ਸਨ।
ਪੀਰ ਬੁੱਧੂ ਸ਼ਾਹ ਜੀ ਦਾ ਜੰਗ ਵਿੱਚ ਪੁੱਜਣਾ। ਉੱਧਰੋਂ ਪੀਰ ਬੁੱਧੂ ਸ਼ਾਹ ਜੀ ਨੂੰ ਜਿਉਂ ਹੀ ਖਬਰ ਮਿਲੀ ਕਿ ਉਸ ਦੇ ਨੌਕਰ ਰਖਾਏ ਪਠਾਨ ਸਮੇਂ ਸਿਰ ਆ ਕੇ ਸਿਰਫ ਧੋਖਾ ਹੀ ਨਹੀਂ ਦੇ ਗਏ, ਸਗੋਂ ਬਹਾਨੇ ਬਣਾ ਬਣਾ ਕੇ ਰੋਕਦਿਆਂ ਰੋਕਦਿਆਂ ਤੁਰ ਗਏ ਹਨ ਅਤੇ ਫਿਰ ਨਮਕ ਹਰਾਮ ਪਹਾੜੀਆਂ ਨਾਲ ਮਿਲੇ ਹਨ। ਪੀਰ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦੀ ਬਹੁਤ ਹੀ ਸ਼ਰਮ ਅਤੇ ਲੱਜਾ ਆਈ। ਪੀਰ ਜੀ ਨੇ ਇਸ ਸਮੇਂ ਬਹੁਤ ਫੁਰਤੀ ਕੀਤੀ ਅਤੇ ਝਟਪਟ ਆਪਣੇ 700 ਮੁਰੀਦਾਂ ਅਤੇ 4 ਪੁੱਤਰਾਂ ਨੂੰ ਨਾਲ ਲੈ ਕੇ ਸ਼ਸਤਰ ਲੈ ਪਠਾਨਾਂ ਦੀ ਇਸ ਗਦਾਰੀ ਦਾ ਦਾਗ ਧੋਣ ਲਈ ਤੁਰ ਪਏ। ਉਹ ਲੜਾਈ ਦੇ ਦੂਜੇ ਦਿਨ ਸਵੇਰੇ ਹੀ ਪਹਾੜੀ ਫੌਜਾਂ ਦੇ ਨੇੜੇ ਪੁੱਜ ਗਏ। ਪਹਾੜੀ ਫੌਜਾਂ ਕਈ ਮੀਲਾਂ ਵਿੱਚ ਤਿਆਰ ਹੋ ਲੜਨ ਲਈ ਅੱਗੇ ਵਧ ਰਹੀਆਂ ਸਨ ਅਤੇ ਗੁਲੇਰੀਆ ਰਾਜਾ ਗੋਪਾਲ ਚੰਦ ਇਸ ਪ੍ਰਬੰਧ ਦਾ ਇੰਚਾਰਜ ਸੀ। ਪੀਰ ਜੀ ਨੇ ਆਉਂਦੇ ਹੀ ਗੁਰੂ ਜੀ ਦੇ ਕੋਲ ਪੁੱਜਣ 'ਤੇ ਇਤਲਾਹ ਦੇਣ ਦੀ ਬਜਾਏ ਮੀਲ ਪਿੱਛੇ ਹੀ ਪਹਾੜੀ ਸੈਨਾ 'ਤੇ ਅਚਾਨਕ ਹਮਲੇ ਅਤੇ ਹੱਥੋਂ ਹੱਥ ਦੀ ਲੜਾਈ ਨੇ ਹੱਲਾ ਹੂਲ ਮਚਾ ਦਿੱਤੀ। ਇਸ ਰੌਲੇ ਦੀ ਆਵਾਜ਼ ਸੁਣ ਕੇ ਅੰਤਰਜਾਮੀ ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ, ਇਹ ਪਹਾੜੀਆਂ ਨੂੰ ਕੌਣ ਪੈ ਗਿਆ? ਕਿਸੇ ਨੇ ਝੱਟ ਹੀ ਆਣ ਦੱਸਿਆ, ਜੀ ਇਹ ਪੀਰ ਬੁੱਧੂ ਸ਼ਾਹ ਆਪਣੇ 700 ਮੁਰੀਦਾਂ ਅਤੇ 4 ਪੁੱਤਰਾਂ ਨੂੰ ਨਾਲ ਲੈ ਕੇ ਲੜ ਰਿਹਾ ਹੈ। ਇਸ ਸਮੇਂ ਕਾਲੇ ਖਾਂ ਪਠਾਨ, ਜਿਸ ਨੇ ਬਾਕੀ ਪਠਾਨਾਂ ਦਾ ਸਾਥ ਨਹੀਂ ਸੀ ਦਿੱਤਾ, ਸਗੋਂ ਉਹਨਾਂ ਨੂੰ ਵੀ ਉਹ ਗਦਾਰੀ ਕਰਨੋਂ ਰੋਕਦਾ ਰਿਹਾ ਸੀ, ਪਰ ਉਹ ਨਾ ਮੰਨੇ ਅਤੇ ਉਹ ਨਮਕ ਹਰਾਮ ਅਤੇ ਬੇਸ਼ਰਮ ਹੁਣ ਸਾਹਮਣੇ ਜੰਗ ਮੈਦਾਨ ਵਿੱਚ ਪਹਾੜੀਆਂ ਵੱਲੋਂ ਲੜ ਰਹੇ ਵੇਖ ਕੇ ਉਸ ਨੂੰ ਗੁੱਸਾ ਆ ਰਿਹਾ ਸੀ। ਉਹ ਗੁਰੂ ਜੀ ਕੋਲੋਂ ਇਹਨਾਂ ਨਾਲ ਲੜਨ ਦੀ ਆਗਿਆ ਮੰਗ ਰਿਹਾ ਸੀ, ਪਰ ਗੁਰੂ ਜੀ ਇਹ ਕਹਿ ਕੇ ਟਾਲੀ ਜਾ ਰਹੇ ਸਨ ਕਿ ਅਸੀਂ ਆਪ ਲੜਾਂਗੇ, ਤੁਹਾਨੂੰ ਪਠਾਨਾਂ ਨੂੰ ਨਹੀਂ ਲੜਾਵਾਂਗੇ। ਪਰ ਹੁਣ ਜਦ ਪੀਰ ਬੁੱਧੂ ਸ਼ਾਹ ਦੇ ਆਉਣ ਦੀ ਖਬਰ ਸੁਣੀ ਤਾਂ ਉਹਨਾਂ ਨੇ ਮਾਮਾ ਕਿਰਪਾਲ ਚੰਦ ਨੂੰ ਅਤੇ ਕਾਲੇ ਖਾਨ ਨੂੰ ਪੀਰ ਬੁੱਧੂ ਸ਼ਾਹ ਦੀ ਮਦਦ ਕਰਨ ਲਈ ਭੇਜ ਦਿੱਤਾ, ਕਿਉਂਕਿ ਗੁਲੇਰੀਏ ਗੋਪਾਲ ਚੰਦ ਨੇ ਪੀਰ ਜੀ 'ਤੇ ਹਮਲਾ ਕਰਕੇ ਉਹਨਾਂ ਸਾਰਿਆਂ ਨੂੰ ਹੀ ਘੇਰੇ ਵਿੱਚ ਲੈ ਲਿਆ ਸੀ। ਪਰ ਪੀਰ ਜੀ ਅਤੇ ਪੀਰ ਜੀ ਦੇ ਪੁੱਤਰ ਐਸੀ ਬਹਾਦਰੀ ਨਾਲ ਲੜ ਰਹੇ ਸਨ ਕਿ ਪਹਾੜੀਆਂ ਦੀਆਂ ਲੋਥਾਂ ਦੇ ਢੇਰ ਲਾਈ ਜਾ ਰਹੇ ਸਨ। ਮਾਮਾ ਕਿਰਪਾਲ ਚੰਦ ਅਤੇ ਕਾਲੇ ਖਾਨ ਦੇ ਆਪਣੇ ਸਾਥੀ ਪਠਾਨਾਂ ਨਾਲ ਪੁੱਜਣ ਤੱਕ ਪੀਰ ਜੀ ਦੇ 2 ਪੁੱਤਰ ਅਤੇ ਕਈ ਮੁਰੀਦ ਸ਼ਹੀਦ ਹੋ ਚੁੱਕੇ ਸਨ, ਪਰ ਮਾਮਾ ਕਿਰਪਾਲ ਚੰਦ ਜੀ ਨੇ ਜਾਂਦੇ ਹੀ ਐਸੀ ਤੀਰਾਂ ਦੀ ਵਾਛੜ ਕੀਤੀ ਅਤੇ 500 ਸਿੱਖਾਂ ਅਤੇ 100 ਪਠਾਨਾਂ ਦਾ ਐਸਾ ਹਮਲਾ ਕਰਵਾਇਆ ਕਿ ਅੱਗੇ ਵੱਧ ਕੇ ਲਲਕਾਰੇ ਮਾਰਦੇ ਗੁਲੇਰੀਏ ਨੂੰ ਤੀਰ ਨਾਲ ਜ਼ਖਮੀ ਕਰ ਦਿੱਤਾ। ਉਸ ਦੇ ਪਿੱਛੇ ਹਟਦੇ ਹੀ ਪੀਰ ਜੀ ਦਾ ਪਾਲੜਾ ਭਾਰੀ ਹੋ ਗਿਆ ਸੀ, ਪਰ ਕਿਰਪਾਲ ਕਟੋਚੀਏ ਦੀ ਮਦਦ ਨਾਲ ਉੱਥੇ ਫਿਰ ਡਟਵੀਂ ਲੜਾਈ ਹੋਣ ਲੱਗ ਗਈ।